ਸਤਿ ਸ਼੍ਰੀ ਅਕਾਲ। ਸਾਂਝ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਤੇ ਮੈਂ ਹਾਂ ਸ਼ਬਨਮ। ਦੋਸਤੋ ਅੱਜ ਸਾਡੇ ਸਟੂਡੀਓ ਵਿੱਚ ਮੌਜੂਦ ਨੇ ਲੋਕ ਇਨਸਾਫ ਪਾਰਟੀ ਦੇ ਸੀਨੀਅਰ ਆਗੂ ਜਰਨੈਲ ਨੰਗਲ ਜੀ। ਸਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਾਡੇ ਸਟੂਡੀਓ ਚ ਆਉਣ ਲਈ। ਧੰਨਵਾਦ ਜੀ। ਸਰ ਅਸੀਂ ਆਪਣੀ ਗੱਲ ਦੀ ਸ਼ੁਰੂਆਤ ਕਰਦੇ ਹਾਂ ਕਿ ਬੀਤੇ ਦਿਨੀ ਤੁਸੀਂ ਸੋਮ ਪ੍ਰਕਾਸ਼ ਜਿਹਦੇ ਘਰ ਦਾ ਘਿਰਾਓ ਕਰਨ ਗਏ ਸੀ। ਸਰ ਉਹਦੇ ਪਿੱਛੇ ਕੀ ਕਾਰਨ ਸੀ, ਕੀ ਮੁੱਦਾ ਰਿਹਾ ਕਿ ਤੁਸੀਂ ਉਹਨਾਂ ਦਾ ਘਿਰਾਓ ਕਰਨ ਜਾ ਪਹੁੰਚੇ? ਸਭ ਤੋਂ ਪਹਿਲਾਂ ਤਾਂ ਸਾਰੇ ਦਰਸ਼ਕਾਂ ਦਾ ਔਰ ਪੂਰੀ ਤੁਹਾਡੀ ਟੀਮ ਦਾ ਧੰਨਵਾਦ ਹੈ ਕਿ ਤੁਸੀਂ ਇੱਕ ਬਹੁਤ ਹੀ ਸੈਂਸਿਟਿਵ ਇਸ਼ੂ ਦੇ ਉੱਤੇ, ਬਹੁਤ ਜ਼ਿਆਦਾ ਸੈਂਸਿਟਿਵ ਇਸ਼ੂ ਆ, ਨੈਸ਼ਨਲ ਲੈਵਲ ਦਾ ਇਹ ਇਸ਼ੂ ਆ ਜਿਹਦੇ ਉੱਤੇ ਤੁਸੀਂ ਅੱਜ ਇਹ ਵਿਚਾਰ ਵਟਾਂਦਰਾ ਕਰਨ ਦੇ ਵਾਸਤੇ ਮੈਨੂੰ ਇੱਥੇ ਬੁਲਾਇਆ। ਕਿਉਂਕਿ ਤੁਸੀਂ ਦੇਖਿਆ ਕਿ ਕੁਝ ਦਿਨ ਪਹਿਲਾਂ ਸੁਪਰੀਮ ਕੋਰਟ ਵੱਲੋਂ ਇੱਕ ਜਜਮੈਂਟ ਆਈ ਆ ਜਿਹੜਾ SC ST ਐਟਰੋਸਿਟੀ ਐਕਟ ਹੈ ਉਹਨੂੰ ਕਮਜ਼ੋਰ ਕਰ ਦਿੱਤਾ ਗਿਆ, ਉਹਨੂੰ ਪ੍ਰਭਾਵਹੀਣ ਕਰ ਦਿੱਤਾ ਗਿਆ। ਔਰ ਇਹ ਜਿਹੜੀ ਗਿਣੀ ਮਿੱਥੀ ਇੱਕ ਸਾਜ਼ਿਸ਼ ਹੈ ਕਿਉਂਕਿ ਸੁਪਰੀਮ ਕੋਰਟ ਨੇ ਜਿਹੜੀ ਦਲੀਲ ਦਿੱਤੀ ਹੈ ਕਿ ਇਹ ਐਕਟ ਨੂੰ ਇਸ ਕਰਕੇ ਇਹਦੇ ਵਿੱਚ ਆ ਕੁਛ ਕੀਤਾ ਆ ਵੀ ਕਿਸੇ ਦੀ ਗ੍ਰਿਫਤਾਰੀ ਨਹੀਂ ਹੋ ਸਕਦੀ, ਜੇ ਕਿਸੇ ਦੀ ਗ੍ਰਿਫਤਾਰੀ ਇਹ ਅਵੇਲੇਬਲ ਅਫੈਂਸ ਕਰ ਦਿੱਤਾ ਹੈਗਾ, ਇਹਦੇ ਤੇ ਉੱਤੇ ਜ਼ਮਾਨਤ ਮੌਕੇ ਤੇ ਮਿਲ ਜਾਏਗੀ। ਦੂਸਰਾ, ਕਿਸੇ ਸਰਕਾਰੀ ਅਧਿਕਾਰੀ ਦੇ ਉੱਤੇ ਅਗਰ ਤੁਸੀਂ ਕੰਪਲੇਂਟ ਕਰਨਾ ਚਾਹੁੰਦੇ ਆ ਤਾਂ ਉਹਦੇ ਸੀਨੀਅਰ ਆਫੀਸਰਸ ਦੇ ਕੋਲੋਂ ਤੁਹਾਨੂੰ ਪਰਮਿਸ਼ਨ ਲੈਣੀ ਪਏਗੀ। ਔਰ ਜਾਂ ਜੇ ਤੁਸੀਂ SC ST ਐਕਟ ਦਾ ਕੋਈ ਪਰਚਾ ਦਰਜ ਕਰਾਉਣਾ ਤਾਂ ਉਹ ਸਿੱਧਾ ਤੁਸੀਂ ਕੰਪਲੇਂਟ SSP ਅਗਰ ਚਾਹੂਗਾ ਤਦ ਉਹ ਜਿਹੜਾ ਪਰਚਾ ਦਰਜ ਹੋਏਗਾ ਜਾਂ ਉਹਦੀ ਗ੍ਰਿਫਤਾਰੀ ਹੋਏਗੀ। ਇਹ ਸਾਰਾ ਕੁਝ ਉਹਨਾਂ ਨੇ ਇਹਦੇ ਵਿੱਚ ਕਰਕੇ ਇਸ ਐਕਟ ਨੂੰ ਪ੍ਰਭਾਵਹੀਣ ਕਰ ਦਿੱਤਾ। ਸਰ ਤੁਸੀਂ ਕਿਹਾ ਕਿ ਇਹ ਗਿਣੀ ਮਿਣੀ ਸਾਜ਼ਿਸ਼ ਹੈ। ਸਰ ਇਹਦੇ ਪਿੱਛੇ ਸਾਜ਼ਿਸ਼ਕਾਰ ਤੁਸੀਂ ਕਿਹਨੂੰ ਮੰਨਦੇ ਹੋ? ਇਹ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਦੀ ਸਰਕਾਰ ਹੈ। ਸਾਜ਼ਿਸ਼ ਇਸ ਕਰਕੇ ਹੈ ਕਿਉਂਕਿ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਕਈ ਬੁਲਾਰੇ, ਜਿਹੜੇ ਨੈਸ਼ਨਲ ਬੁਲਾਰੇ ਹੈਗੇ ਆ ਜਾਂ ਉਹਨਾਂ ਦੇ ਮੈਂਬਰ ਆਫ ਪਾਰਲੀਮੈਂਟ ਹੈਗੇ ਆ, ਉਹ ਇਹ ਗੱਲ ਸ਼ਰੇਆਮ ਕਹਿ ਰਹੇ ਆ ਕਿ ਅਸੀਂ ਸੰਵਿਧਾਨ ਨੂੰ ਬਦਲਣ ਵਾਸਤੇ ਆਏ ਆ। ਲੇਕਿਨ ਜਦੋਂ ਸੰਵਿਧਾਨ ਨੂੰ ਬਦਲਣ ਦੀ ਉਹ ਗੱਲ ਕਰਦੇ ਆ, ਉਹਨਾਂ ਨੂੰ ਪਤਾ ਵੀ ਲੋਕ ਸਭਾ ਦੇ ਵਿੱਚ ਇਹ ਗੱਲ ਕਹਿਣਗੇ ਤਾਂ ਉੱਥੇ ਵਿਰੋਧ ਹੋ ਜਾਣਾ, ਬਿਲਕੁਲ ਉੱਥੇ ਵਿਰੋਧ ਹੋਏਗਾ। ਉਹ ਇਹ ਕਈ ਇਦਾਂ ਦੇ ਕੰਮ ਉਹ ਸੁਪਰੀਮ ਕੋਰਟ ਦੇ ਥਰੂ ਹੁਣ ਕਰਵਾ ਰਹੇ ਆ। ਸੁਪਰੀਮ ਕੋਰਟ ਦੀ ਇਹ ਜਿਹੜੀ ਜਜਮੈਂਟ ਆਈ ਹੈ ਇਹਦੇ ਉੱਤੇ ਸਰਕਾਰ ਨੇ ਇੱਕ ਗਿਣੀ ਮਿੱਥੀ ਸਾਜ਼ਿਸ਼ ਦੇ ਤਹਿਤ ਇਹ ਸਭ ਕੁਝ ਕਰਵਾਇਆ ਕਿਉਂਕਿ ਉਹਨਾਂ ਨੇ ਅਟਾਰਨੀ ਜਨਰਲ ਨੂੰ ਉੱਥੇ ਤਲਬ ਕੀਤਾ ਸੀ। ਅਟਾਰਨੀ ਜਨਰਲ ਜਿਹੜਾ ਸਰਕਾਰ ਵੱਲੋਂ ਇੱਕ ਨੁਮਾਇੰਦੀ ਇੱਕ ਆਪਣੇ ਕੇਸ ਨੂੰ ਰੱਖਣਾ ਸੀ ਉੱਥੇ ਜਾ ਕੇ, ਉਹ ਆਪਣੇ ਕੇਸ ਨੂੰ ਰੱਖੇ ਨਹੀਂ ਸਕੇ ਤੇ ਸੁਪਰੀਮ ਕੋਰਟ ਨੇ ਇਹ ਜਜਮੈਂਟ ਦਿੱਤੀ ਹੈ। ਔਰ ਇਹ ਜਿਹੜਾ ਕੰਮ ਹੋਇਆ ਇਹਦੇ ਪਿੱਛੇ ਭਾਰਤੀ ਜਨਤਾ ਪਾਰਟੀ ਦੀ ਬਹੁਤ ਵੱਡੀ ਸਾਜ਼ਿਸ਼ ਹੈ। ਔਰ ਜਿਹੜਾ ਸਾਡਾ ਘਿਰਾਓ ਕਰਨ ਦਾ ਸੋਮ ਪ੍ਰਕਾਸ਼ ਜੀ ਦੇ ਘਰ ਦਾ ਮਕਸਦ ਇਹ ਸੀ ਕਿ ਜਿਹੜੇ ਸ਼ੈਡਿਊਲ ਕਾਸਟ ਲੀਡਰ ਹੈ, ਜਿਹੜੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਬੈਠੇ ਸ਼ੈਡਿਊਲ ਕਾਸਟ ਲੀਡਰ ਹੈ, ਜਿਹੜੇ ਸਮਾਜ ਦਾ ਨਾਮ ਲੈ ਕੇ ਜਿੱਤੇ ਆ ਔਰ SC ਸਰਟੀਫਿਕੇਟ ਦੀ ਵਰਤੋਂ ਕਰਕੇ ਉਹ ਜਿੱਤੇ ਆ, ਔਰ ਲੇਕਿਨ ਜਦੋਂ ਸਮਾਜ ਦੇ ਉੱਤੇ ਭੀੜ ਪੈਂਦੀ ਆ, ਭਾਰੀ ਪੈਂਦੀ ਆ ਤਾਂ ਉਹ ਆਪਣਾ ਮੂੰਹ ਨਹੀਂ ਖੋਲਦੇ। ਅਸੀਂ ਇਸ ਕਰਕੇ ਉਹਦੇ ਕੋਲੋਂ ਸਵਾਲ ਪੁੱਛਣ ਗਏ ਸੀ ਉਹਦੇ ਘਰ ਦੇ ਅੱਗੇ। ਸਾਡਾ ਕੋਈ ਮਕਸਦ ਉਹਦੇ ਘਰ ਦੇ ਵਿੱਚ ਜਾ ਕੇ ਕੋਈ ਹੁੱਲੜਬਾਜੀ ਕਰਨਾ ਜਾਂ ਕੁਛ ਨਹੀਂ ਸੀ। ਸਾਡਾ ਮਕਸਦ ਇਹ ਸੀ ਕਿ ਅਸੀਂ ਉੱਥੇ ਗਏ, ਅਸੀਂ ਬੜੇ ਤਰੀਕੇ ਦੇ ਨਾਲ ਉੱਥੇ ਜਾ ਕੇ ਗੱਲ ਰੱਖੀ। ਤੁਸੀਂ ਸਾਰਿਆਂ ਨੇ ਵੀਡੀਓਜ਼ ਵੀ ਦੇਖੀਆਂ ਹੋਣਗੀਆਂ। ਅਸੀਂ ਇਹ ਗੱਲ ਕਹੀ ਵੀ ਸਾਡੇ ਆ ਸਵਾਲ ਆ, ਸਾਨੂੰ ਇਹਨਾਂ ਗੱਲਾਂ ਦੇ ਜਵਾਬ ਦੇ ਦਿਓ। ਉਹ ਜਵਾਬ ਦੇਣ ਵਾਸਤੇ ਅੰਦਰ ਹੁੰਦੇ ਹੋਏ ਵੀ ਬਾਹਰ ਨਹੀਂ ਆਏ। ਜੇ ਉਹ ਅੰਦਰ ਹੁੰਦੇ ਹੋਏ ਬਾਹਰ ਨਹੀਂ ਆਏ ਤਾਂ ਮਤਲਬ ਕਿਤੇ ਨਾ ਕਿਤੇ ਕੁਛ ਨਾ ਕੁਛ ਕਮੀ ਸੀ। ਔਰ ਦੂਸਰਾ, ਇੱਕ ਦਿਨ ਪਹਿਲਾਂ ਵਿਧਾਨ ਸਭਾ ਦੇ ਵਿੱਚ ਉਹਨਾਂ ਦੀ ਇਹ ਸਟੇਟਮੈਂਟ ਕਿ ਇਹਦੇ ਵਿੱਚ ਸਰਕਾਰ ਦਾ ਕੋਈ ਰੋਲ ਨਹੀਂ, ਇਹ ਸੁਪਰੀਮ ਕੋਰਟ ਦਾ ਮੈਟਰ ਆ। ਇਹ ਉਹਨਾਂ ਨੇ ਇਹ ਗੱਲ ਇੱਕ ਦਿਨ ਪਹਿਲਾਂ ਚੰਡੀਗੜ੍ਹ ਦੇ ਵਿੱਚ ਕਹੀ ਔਰ ਇੱਥੇ ਵੀ ਮੈਂ ਦੇਖ ਰਿਹਾ ਸੀ ਵੀ ਮੀਡੀਆ ਦੇ ਉੱਤੇ ਵੀ ਉਹਨਾਂ ਨੇ ਇਹ ਗੱਲ ਕਹੀ ਤਾਂ ਜੀ ਰਿਵਿਊ ਪਟੀਸ਼ਨ ਪਾਵਾਂਗੇ। ਜਦ ਕਿ ਦੇਸ਼ ਦੇ ਅੰਦਰ, ਦੇਸ਼ ਦੇ ਸੰਵਿਧਾਨ ਦੇ ਮੁਤਾਬਕ ਜਿਹੜੀ ਸੁਪਰੀਮ ਕੋਰਟ ਹੈ ਉਹ ਸੁਪਰੀਮ ਪਾਵਰ ਨਹੀਂ, ਜਿਹੜੀ ਲੋਕ ਸਭਾ ਆ ਉਹ ਸੁਪਰੀਮ ਪਾਵਰ ਆ। ਲੋਕ ਸਭਾ ਦੇ ਵਿੱਚ ਜਿਹੜੇ ਚੁਣੇ ਹੋਏ ਨੁਮਾਇੰਦੇ ਆ, ਸਾਡੇ 543 ਮੈਂਬਰ ਆਫ ਪਾਰਲੀਮੈਂਟ ਹੈ, ਉਹ ਜਿਹੜੇ ਆ ਉਹ ਲੋਕ ਸਭਾ ਦੇ ਵਿੱਚ ਜਾ ਕੇ ਜਿਹੜਾ ਵੀ ਕਾਨੂੰਨ ਬਣਾਉਣਗੇ, ਜਿਹੜਾ ਵੀ ਕਾਨੂੰਨ ਪਾਸ ਕਰਨਗੇ, ਉਹ ਸੁਪਰੀਮ ਕੋਰਟ ਨੂੰ ਉਹਦੇ ਤੇ ਕੰਮ ਕਰਨਾ ਪਏਗਾ, ਉਹਨੂੰ ਲਾਗੂ ਕਰਨਾ ਪਏਗਾ। ਇਹ ਸਿਰਫ ਲੋਕਾਂ ਨੂੰ ਬੇਵਕੂਫ ਬਣਾ ਰਹੇ ਆ। ਇਹਨਾਂ ਨੇ ਐਕਟ ਨੂੰ ਕਮਜ਼ੋਰ ਕਰ ਲਿਆ। ਹੁਣ ਰਿਵਿਊ ਪਟੀਸ਼ਨ ਦੇ ਨਾਮ ਦੇ ਉੱਤੇ ਲੋਕਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰ ਰਿਹਾ, ਜਦ ਕਿ ਦੇਸ਼ ਦੇ ਜਿਹੜੇ ਹਾਲਾਤ ਆ ਉਹ ਏਡੇ ਭਿਆਨਕ ਆ ਕਿ ਤੁਸੀਂ ਦੇਖੋ ਕਿ ਦਲਿਤਾਂ ਦੇ ਉੱਤੇ ਕਿਆ ਹੋਰ ਵੀ ਬਹੁਤ ਸਾਰੀਆਂ ਜਾਤੀਆਂ ਦੇ ਉੱਤੇ, ਛੋਟੀਆਂ ਕਲਾਸਾਂ, ਘੱਟ ਗਿਣਤੀਆਂ ਦੇ ਉੱਤੇ ਕਿੱਦਾਂ ਜ਼ਬਰ ਜ਼ੁਲਮ ਹੋ ਰਹੇ ਆ। ਦਲਿਤਾਂ ਦੇ ਜ਼ੁਲਮਾਂ ਦੀ ਕਹਾਣੀ ਤਾਂ ਐਡੀ ਲੰਬੀ ਆ ਵੀ ਆਪਾਂ ਜੇ ਬਿਆਨ ਕਰਨ ਲੱਗ ਪਏ ਤਾਂ ਬਹੁਤ ਵੱਡੀ ਹੋ ਜਾਏਗੀ। ਇਹ ਤਾਂ ਬਿਲਕੁਲ ਲੋਕਾਂ ਨੂੰ ਇੱਕ ਗੁੰਮਰਾਹ ਕਰਨ ਵਾਲਾ ਉਹਦਾ ਬਿਆਨ ਹੈ ਵੀ ਅਸੀਂ ਰਿਵਿਊ ਪਟੀਸ਼ਨ ਪਾ ਰਹੇ ਹਾਂ। ਇਹ ਕੋਈ ਇੱਦਾਂ ਦੀ ਗੱਲ ਨਹੀਂ। ਭਾਰਤੀ ਜਨਤਾ ਪਾਰਟੀ ਦਲਿਤ ਵਿਰੋਧੀ ਆ, ਸੰਵਿਧਾਨ ਵਿਰੋਧੀ ਆ। ਅਸੀਂ ਠੋਕ ਵਜਾ ਕੇ ਇਹ ਗੱਲ ਕਰ ਰਹੇ ਹਾਂ। ਜੇ ਉਹਨਾਂ ਦੇ ਵਿੱਚ ਇਹ ਗੱਲ ਹੈਗੀ ਆ ਵੀ ਭਾਰਤੀ ਜਨਤਾ ਪਾਰਟੀ ਨੂੰ ਅਸੀਂ ਬਦਨਾਮ ਕਰ ਰਹੇ ਹਾਂ ਜਾਂ ਸੋਮ ਪ੍ਰਕਾਸ਼ ਜੀ ਨੂੰ ਬਦਨਾਮ ਕਰ ਰਹੇ ਹਾਂ, ਮੈਂ ਤੁਹਾਡੇ ਇਸ ਚੈਨਲ ਦੇ ਮਾਧਿਅਮ ਤੋਂ ਇਹ ਗੱਲ ਕਹਿਣੀ ਚਾਹੁੰਦਾ ਕਿ ਸਾਡੇ ਨਾਲ ਜਦੋਂ ਮਰਜ਼ੀ ਓਪਨ ਡਿਬੇਟ ਕਰ ਲੈਣ। ਅਸੀਂ ਖੁੱਲਾ ਚੈਲੰਜ ਕਰਦੇ ਹਾਂ, ਆ ਕੇ ਬੈਠਣ ਸਾਡੇ ਮੂਹਰੇ, ਫੇਸ ਟੂ ਫੇਸ ਸਾਡੇ ਨਾਲ ਗੱਲ ਕਰਨ, ਫੇਰ ਦੱਸਾਂਗੇ ਕੌਣ ਕਿੱਥੇ ਖੜਾ। ਸਰ ਤੁਹਾਡੇ ਕਹਿਣ ਦੇ ਮੁਤਾਬਿਕ ਉਹ ਘਰ ਤੇ ਸੀ ਪਰ ਬਾਹਰ ਆ ਕੇ ਤੁਹਾਡਾ ਸਾਹਮਣਾ ਨਹੀਂ ਕਰ ਸਕੇ, ਠੀਕ ਹੈ, ਪਰ ਉਹਨਾਂ ਨੇ ਫਿਰ ਤੁਹਾਡੇ ਤੇ ਕਟਾਕਸ਼ ਕੱਸਦੇ ਹੋਏ ਕਿਹਾ ਕਿ ਤੁਸੀਂ ਤੇ ਖੁਦ 3 ਪਾਰਟੀਆਂ ਨੂੰ ਛੱਡ ਕੇ ਲੋਕ ਇਨਸਾਫ ਪਾਰਟੀ ਨੂੰ ਜੁਆਇਨ ਕੀਤਾ। ਸਰ ਇਸ ਦੇ ਬਾਰੇ ਤੁਹਾਡਾ ਕੀ ਕਹਿਣਾ? ਦੇਖੋ, ਮੈਂ 24 ਸਾਲ
ਜੀ ਬਹੁਜਨ ਸਮਾਜ ਪਾਰਟੀ ਦੇ ਵਿੱਚ ਰਿਹਾ ਜੀ ਮੈਂ ਪਾਰਟੀ 'ਚ ਰਹਿੰਦਿਆਂ ਹੋਇਆਂ ਜੀ ਪਾਰਟੀ ਦੇ ਖਿਲਾਫ ਕੋਈ ਸਟੇਟਮੈਂਟ ਨਹੀਂ ਦਿੱਤੀ ਮੈਂ ਪਾਰਟੀ ਨੂੰ ਛੱਡਿਆ 2016 ਦੇ ਵਿੱਚ ਮੈਂ ਉਸ ਤੋਂ ਬਾਅਦ ਅੱਜ ਤੱਕ ਬਹੁਜਨ ਸਮਾਜ ਪਾਰਟੀ ਦੇ ਖਿਲਾਫ ਕੋਈ ਸਟੇਟਮੈਂਟ ਨਹੀਂ ਦਿੱਤੀ ਸਰ ਕੀ ਕਾਰਨ ਹੈ ਕਿ ਮੈਂ ਤੁਹਾਨੂੰ ਦੱਸਣ ਲੱਗਾ ਕਿ ਕਿਉਂਕਿ ਬਹੁਜਨ ਸਮਾਜ ਪਾਰਟੀ ਦੀ ਜਿਹੜੀ ਨੀਤੀ ਸੀ ਉਹ ਮਾੜੀ ਨਹੀਂ ਕਾਂਸ਼ੀ ਰਾਮ ਸਾਹਿਬ ਦੀ ਜਿਹੜੀ ਮੂਵਮੈਂਟ ਸੀ ਉਹ ਮਾੜੀ ਨਹੀਂ ਲੇਕਿਨ ਉੱਥੇ ਕੁਝ ਲੀਡਰ ਇਦਾਂ ਦੇ ਸੀਗੇ ਜਿਨ੍ਹਾਂ ਦੀ ਗਲਤ ਨੀਤੀਆਂ ਦੇ ਕਰਕੇ ਸਾਨੂੰ ਛੱਡਣਾ ਪਿਆ ਕਿਉਂਕਿ ਕਾਂਸ਼ੀ ਰਾਮ ਸਾਹਿਬ ਨੇ ਸਾਨੂੰ ਮਾਨ ਸਨਮਾਨ ਦੀ ਲੜਾਈ ਲੜਨੀ ਸਿਖਾਈ ਸੀ ਜੀ ਉਹ ਮਹਾਪੁਰਸ਼ਾਂ ਦੀ ਲੜਾਈ ਜਿਹੜੀ ਆ ਉਹ ਵੀ ਮਾਨ ਸਨਮਾਨ ਦੀ ਸੀ ਅਸੀਂ ਉਹ ਲੜਾਈ ਲੜਨੀ ਸਿੱਖੀ ਸੀ ਲੇਕਿਨ ਜਿਹੜਾ ਮੇਰੇ ਪਾਰਟੀ ਛੱਡਣ ਦਾ ਕਾਰਨ ਹੋਇਆ ਉਹ ਵੀ ਸੋਮ ਪ੍ਰਕਾਸ਼ ਹੀ ਆ ਜੀ ਉਹ ਮੈਂ ਤੁਹਾਨੂੰ ਕਰ ਦਿੰਦਾ ਕਿਉਂਕਿ 17 ਨਵੰਬਰ 2015 ਮੈਂ ਡੇਟ ਤੁਹਾਨੂੰ ਇਸ ਕਰਕੇ ਦੱਸਿਆ ਔਨ ਰਿਕਾਰਡ ਗੱਲ ਹੈ 17 ਨਵੰਬਰ 2015 ਨੂੰ ਅਸੀਂ ਸੋਮ ਪ੍ਰਕਾਸ਼ ਦੀ ਕੋਠੀ ਦਾ ਘਿਰਾਓ ਕੀਤਾ ਸੀ ਜਿੱਥੇ ਮੇਰੇ ਨਾਲ ਲਗਭਗ 11-1200 ਵਿਦਿਆਰਥੀ ਸੀ ਜਿਹੜੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਅਧੀਨ ਇੱਥੇ ਐਜੂਕੇਸ਼ਨ ਹਾਸਲ ਕਰ ਰਹੇ ਸੀ ਉਹਨਾਂ ਨੂੰ ਰੋਲ ਨੰਬਰ ਨਹੀਂ ਸੀ ਇਸ਼ੂ ਹੋ ਰਿਹਾ ਇਹਨਾਂ ਦੀ ਸਰਕਾਰ ਸੀ ਕੇਂਦਰ ਦੇ ਵਿੱਚ ਵੀ ਇਹਨਾਂ ਦੀ ਸਰਕਾਰ ਔਰ ਪੰਜਾਬ ਦੇ ਵਿੱਚ ਵੀ ਇਹਨਾਂ ਦੀ ਸਰਕਾਰ ਔਰ ਕਾਲਜਾਂ ਵਾਲੇ ਕਹਿੰਦੇ ਸੀ ਵੀ ਫੀਸਾਂ ਲੈ ਕੇ ਆਓ ਅਸੀਂ ਰੋਲ ਨੰਬਰ ਸਲਿੱਪ ਤਦ ਦੇਣੀਆਂ ਅਸੀਂ 10 ਦਿਨ ਪਹਿਲਾਂ ਮੈਮੋਰੈਂਡਮ ਦਿੱਤਾ ਸੋਮ ਪ੍ਰਕਾਸ਼ ਜੀ ਦੇ ਨਾਮ ਤੇ ਵੀ ਦਿੱਤਾ ਸੀਐਮ ਦੇ ਨਾਮ ਦੇ ਦਿੱਤਾ ਐਜੂਕੇਸ਼ਨ ਮਿਨਿਸਟਰ ਦੇ ਨਾਮ ਦਿੱਤਾ ਡੀਸੀ ਸਾਹਿਬ ਦੇ ਨਾਮ ਦੇ ਦਿੱਤਾ ਅਸੀਂ ਕਿਹਾ ਬੱਚਿਆਂ ਦਾ ਭਵਿੱਖ ਖਰਾਬ ਹੋ ਰਿਹਾ ਬੱਚਿਆਂ ਦੇ ਪੇਪਰ ਜਿਹੜੇ ਆ ਉਹ ਸਟਾਰਟ ਹੋਣ ਵਾਲੇ ਸੀ 2-3 ਦਿਨ ਬਾਅਦ ਲੇਕਿਨ ਰੋਲ ਨੰਬਰ ਸਲਿੱਪਾਂ ਨਾ ਸੀ ਮਿਲ ਰਹੀਆਂ ਅਸੀਂ ਉਦਣ ਵੀ ਇਹਦੇ ਘਰ ਇਸੇ ਕਰਕੇ ਗਏ ਸੀ ਵੀ ਤੇਰੀ ਕੋਈ ਜ਼ਿੰਮੇਵਾਰੀ ਨਹੀਂ ਇਹ ਬੱਚੇ ਜਿਹੜੇ ਆ ਸਮਾਜ ਦੇ ਨਹੀਂ ਉਦਾਂ ਤੁਸੀਂ ਕਹਿੰਦੇ ਆ ਵੀ ਧੀਆਂ ਬਚਾਓ ਧੀਆਂ ਪੜਾਓ ਨੰਨੀ ਛਾਂ ਦਾ ਦਵਾਈ ਦਿੰਦੇ ਆ ਤੇ ਜਿੰਨੀਆਂ ਉੱਥੇ ਵਿਦਿਆਰਥਣਾਂ ਬੈਠੀਆਂ ਸੀ ਸਾਡੇ ਸਮਾਜ ਦੀਆਂ ਬੇਟੀਆਂ ਬੈਠੀਆਂ ਸੀ ਉਹ ਨੰਨੀ ਛਾਂ ਨਾ ਸੀ ਜਦੋਂ ਅਸੀਂ ਉਦਣ ਵੀ ਇਹਦੇ ਘਰ ਗਏ ਆ ਇਹ ਉਦਣ ਵੀ ਬਾਹਰ ਨਹੀਂ ਨਿਕਲਿਆ ਬਾਅਦ ਵਿੱਚ ਫਿਰ ਇਹ ਗੱਲ ਉਦੋਂ ਇਹ ਤਾਂ ਚੱਲਦੀ ਸੀ ਉਦੋਂ ਇਹਨਾਂ ਨੇ ਸਾਰੇ ਪ੍ਰਸ਼ਾਸਨ ਦੀ ਬਾਅਦ ਵਿੱਚ ਮੀਟਿੰਗ ਬੁਲਾਈ ਮੀਟਿੰਗ ਬੁਲਾ ਕੇ ਮੇਰੇ ਤੇ ਕੋਈ ਜ਼ੁਲਮ ਨਹੀਂ ਸੀ ਬਣਦਾ ਮੈਂ ਕੋਈ ਘਰ ਦੀ ਲੜਾਈ ਨਹੀਂ ਸੀ ਲੜਨ ਗਿਆ ਇਹਨਾਂ ਨੇ ਮੇਰੇ ਤੇ ਝੂਠਾ ਪਰਚਾ ਦਰਜ ਕਰਵਾਇਆ ਝੂਠਾ ਪਰਚਾ ਜਿਹੜਾ ਦਰਜ ਵੀ ਕਰਵਾਇਆ ਉਹਦੇ ਵਿੱਚ ਵੀ ਇਹਨਾਂ ਨੇ ਬਿਨਾਂ ਪਰਮਿਸ਼ਨ ਸਪੀਕਰ ਚਲਾਉਣ ਦਾ ਜਾਂ ਰੋਡ ਬਲੌਕਿੰਗ ਦਾ ਜਦ ਕਿ ਅਸੀਂ ਕੋਈ ਰੋਡ ਨਾ ਸੀ ਬਲੌਕ ਕੀਤਾ ਇਹਨਾਂ ਨੇ ਮੇਰੇ ਤੇ ਉਹ ਪਰਚਾ ਦਰਜ ਕਰਾਇਆ ਪਰ ਉਹਦੇ ਵਿੱਚ ਮੇਰੀ ਗ੍ਰਿਫਤਾਰੀ ਨਹੀਂ ਸੀ ਹੋ ਸਕਦੀ ਫਿਰ ਇਹਨਾਂ ਨੇ ਪ੍ਰਸ਼ਾਸਨ ਦੇ ਉੱਤੇ ਦਬਾਅ ਪਾ ਕੇ ਮੇਰੇ ਤੇ 57 ਕਰਕੇ ਜਦ ਕਿ ਮੇਰਾ ਕਿਸੇ ਨਾਲ ਝਗੜਾ ਕੋਈ ਨਾ ਸੀ 57 ਕੀਤੀ ਕੋਈ ਮੇਰੇ ਮੋਹਰੇ ਕੋਈ ਪਾਰਟੀ ਨਾ ਸੀ ਵਿਰੋਧੀ 57 ਕਰਕੇ ਸਾਨੂੰ 10 ਦਿਨ ਲਈ ਜੇਲ੍ਹ ਭੇਜਿਆ ਇਹ ਸਿਰਫ ਇਹ ਹੁਣ ਦੱਸੇ ਬਈ ਉਹ ਜਿਹੜਾ ਸਮਾਜ ਦੀਆਂ ਬੇਟੀਆਂ ਜਾਂ ਬੇਟੇ ਉਹ ਸਮਾਜ ਦੇ ਨਾ ਸੀ ਤਾਂ ਉਸ ਦਿਨ ਜਿੱਦਣ ਮੈਨੂੰ 10 ਦਿਨ ਲਈ ਜੇਲ੍ਹ ਭੇਜਿਆ ਮੈਂ ਬਹੁਜਨ ਸਮਾਜ ਪਾਰਟੀ ਦਾ ਸਟੇਟ ਦਾ ਜਨਰਲ ਸੈਕਟਰੀ ਸੀ ਬਹੁਜਨ ਸਮਾਜ ਪਾਰਟੀ ਦਾ ਮੈਂ ਯੂਥ ਦਾ ਪੰਜਾਬ ਦਾ ਪ੍ਰਧਾਨ ਸੀ ਮੈਂ ਲੋਕ ਸਭਾ ਹੁਸ਼ਿਆਰਪੁਰ ਦਾ ਇੰਚਾਰਜ ਰਹਿ ਚੁੱਕਾ ਮੈਂ ਫਗਵਾੜੇ ਤੋਂ ਵਿਧਾਨ ਸਭਾ ਇਲੈਕਸ਼ਨ ਫਾਈਟ ਕੀਤਾ ਜੇ ਮੈਂ ਲੋਕਾਂ ਦੀ ਲੜਾਈ ਲੜ ਰਿਹਾ ਮੇਰਾ ਤਾਂ ਆਪਣਾ ਬੱਚਾ ਕੋਈ ਪੜ੍ਹਦਾ ਹੀ ਨਾ ਸੀ ਜਿਹਨੂੰ ਮੈਂ ਸਕਾਲਰਸ਼ਿਪ ਦਵਾਉਣੀ ਸੀ ਜਿਹੜੇ ਬੱਚੇ ਮੇਰੇ ਸਮਾਜ ਦੇ ਪੜ੍ਹਦੇ ਸੀ ਮੈਂ ਉਹਨਾਂ ਦੀ ਲੜਾਈ ਲੜ ਰਿਹਾ ਸੀ ਲੇਕਿਨ ਉਸ ਵੇਲੇ ਪੰਜਾਬ ਦਾ ਪ੍ਰਧਾਨ ਬਹੁਜਨ ਸਮਾਜ ਪਾਰਟੀ ਦਾ ਅਵਤਾਰ ਸਿੰਘ ਕਰੀਮਪੁਰੀ ਸੀ ਜਿੱਦਣ ਮੈਨੂੰ ਗ੍ਰਿਫਤਾਰ ਕੀਤਾ ਸਾਡੇ ਸਾਰੇ ਵਰਕਰਾਂ ਨੇ ਕਰੀਮਪੁਰੀ ਸਾਹਿਬ ਨੂੰ ਔਰ ਹੋਰ ਜਿਹੜੇ ਇੱਥੋਂ ਦੇ ਆਗੂ ਸੀ ਉਹਨਾਂ ਨੂੰ ਫੋਨ ਕੀਤੇ ਇੱਕ ਵੀ ਬਹੁਜਨ ਸਮਾਜ ਪਾਰਟੀ ਦਾ ਆਗੂ ਜਿਹੜਾ ਸਾਡੇ ਮਗਰ ਨਹੀਂ ਆਇਆ ਔਰ ਉਹਨਾਂ ਨੇ ਸਾਫ਼ ਲਫ਼ਜ਼ਾਂ 'ਚ ਕਿਹਾ ਬਈ ਅਸੀਂ ਇਹਦੇ ਨਾਲ ਨਹੀਂ ਇਹਦਾ ਮਤਲਬ ਕਿ ਉਹ ਜਿਹੜੇ ਆ ਗਿਣੀ ਮਿੱਥੀ ਇਹਨਾਂ ਦੀ ਗੰਢ ਧੁੱਪ ਹੋ ਸਕਦੀ ਸਾਨੂੰ ਤਾਂ ਇਸ ਗੱਲ ਦੇ ਸ਼ੱਕ ਆ ਵੀ ਸੋਮ ਪ੍ਰਕਾਸ਼ ਔਰ ਕਰੀਮਪੁਰੀ ਦੀ ਗੰਢ ਧੁੱਪ ਤੋਂ ਬਾਅਦ ਸਾਡੇ ਤੇ ਪਰਚਾ ਹੋਇਆ ਮਤਲਬ ਬੀਐਸਪੀ ਭਾਜਪਾ ਦੇ ਇਸ਼ਾਰਿਆਂ ਤੇ ਕੰਮ ਕਰ ਰਹੀ ਹੈ ਕਿਤੇ ਨਾ ਕਿਤੇ ਤੁਹਾਡਾ ਇਹ ਕਹਿਣਾ ਹੈ ਨਾ ਮੈਂ ਬੀਐਸਪੀ ਭਾਜਪਾ ਦੇ ਇਸ਼ਾਰਿਆਂ ਤੇ ਕੰਮ ਕਰ ਰਹੀ ਨਹੀਂ ਕਹਿ ਰਿਹਾ ਉਸ ਵੇਲੇ ਦਾ ਮੌਜੂਦਾ ਪ੍ਰਧਾਨ ਜਿਹੜਾ ਆ ਅਵਤਾਰ ਸਿੰਘ ਕਰੀਮਪੁਰੀ ਉਹਦੀ ਕਿਤੇ ਨਾ ਕਿਤੇ ਸਰਕਾਰ ਦੇ ਨਾਲ ਗੰਢ ਸੰਡ ਸੀਗੀ ਉਹਨੂੰ ਲੱਗਦਾ ਸੀ ਵੀ ਸ਼ਾਇਦ ਅਸੀਂ ਕੋਈ ਇਦਾਂ ਦਾ ਗਲਤ ਕੰਮ ਉਹਨੇ ਨਹੀਂ ਤਾਂ ਜੇ ਉਹ ਸਟੇਟ ਪ੍ਰੈਜ਼ੀਡੈਂਟ ਅਗਰ ਅਸੀਂ ਸਮਾਜ ਦੀ ਲੜਾਈ ਲੜ ਰਹੇ ਸੀ ਹਜ਼ਾਰਾਂ ਬੱਚਿਆਂ ਦੇ ਭਵਿੱਖ ਦਾ ਸਵਾਲ ਸੀ ਤਾਂ ਪਾਰਟੀ ਆ ਕੇ ਖੜ ਜਾਂਦੀ ਜਦੋਂ ਅਸੀਂ ਜੇਲ੍ਹ ਦੇ ਵਿੱਚ ਗਏ ਸਾਡੇ ਮਗਰ ਪਾਰਟੀ ਨਹੀਂ ਆਈ ਫਿਰ ਸਾਨੂੰ ਵਿਚਾਰ ਕਰਨਾ ਪਿਆ ਇਸ ਗੱਲ ਦੇ ਉੱਤੇ ਵੀ ਜੇ ਇਸ ਪਾਰਟੀ ਦੇ ਲਈ ਅਸੀਂ 24 ਸਾਲ ਲਗਾਤੇ ਉਹ ਪਾਰਟੀ ਦਾ ਆਗੂ ਕੋ ਸਾਡੇ ਮਗਰ ਨਾ ਵੇ ਉਲਟਾ ਇਹ ਗੱਲ ਕਹੇ ਵੀ ਅਸੀਂ ਨਾਲ ਨਹੀਂ ਇਹਦਾ ਮਤਲਬ ਉਹ ਸੋਮ ਪ੍ਰਕਾਸ਼ ਦੀ ਬੋਲੀ ਬੋਲ ਰਿਹਾ तो फिर ਉਹਦਾ ਵੀ ਇਹਨਾਂ ਦੀ ਗੰਢ ਸੰਡ ਸੀ ਅਸੀਂ ਕੋਈ ਫਰੈਂਡਲੀ ਮੈਚ ਨਹੀਂ ਕਿਸੇ ਨਾਲ ਖੇਡਦੇ ਨਾ ਸਾਡਾ ਸੋਮ ਪ੍ਰਕਾਸ਼ ਨਾਲ ਕੋਈ ਫਰੈਂਡਲੀ ਮੈਚ ਆ ਨਾ ਸਾਡੀ ਉਹਦੇ ਨਾਲ ਕੋਈ ਦੁਸ਼ਮਣੀ ਆ ਸਾਡੀ ਉਹਨਾਂ ਕੋਈ ਦੁਸ਼ਮਣੀ ਵੀ ਨਹੀਂ ਸਾਡਾ ਉਹਨਾਂ ਕੋਈ ਯਾਰਾਨਾ ਵੀ ਨਹੀਂ ਅਸੀਂ ਲੜਦੇ ਆ ਅਸੂਲਾਂ ਦੀ ਲੜਾਈ ਅਸੀਂ ਅਸੂਲਾਂ ਦੀ ਲੜਾਈ ਲੜੀ ਬਹੁਜਨ ਸਮਾਜ ਪਾਰਟੀ ਨੂੰ ਛੱਡਣ ਦਾ ਮੇਰਾ ਇੱਕੋ ਹੀ ਕਾਰਨ ਸੀ ਕਿ ਬਹੁਜਨ ਸਮਾਜ ਪਾਰਟੀ ਦੇ ਜਿਹੜੇ ਲੀਡਰ ਸੀ ਉਹ ਸਾਹਿਬ ਕਾਂਸ਼ੀ ਰਾਮ ਦੇ ਮਿਸ਼ਨ ਦੇ ਉੱਤੇ ਪਹਿਰਾ ਨਹੀਂ ਸੀ ਦੇ ਰਹੇ ਇਸ ਕਰਕੇ ਅਸੀਂ ਛੱਡ ਦਿੱਤਾ ਔਰ ਜੇ ਅੱਜ ਅਸੀਂ ਲੋਕ ਇਨਸਾਫ ਪਾਰਟੀ ਦੇ ਵਿੱਚ ਬੈਠੇ ਆ ਅੱਜ ਵੀ ਅਸੀਂ ਸਮਾਜ ਦੀ ਗੱਲ ਕਰ ਰਹੇ ਹਾਂ ਜਿੱਥੇ ਸਮਾਜ ਤੇ ਜ਼ਬਰ ਜ਼ੁਲਮ ਹੋ ਰਿਹਾ ਔਰ ਮੈਂ ਕੱਲਾ ਸ਼ਡਿਊਲ ਕਾਸਟਾਂ ਦੀ ਨਹੀਂ ਗੱਲ ਕਰ ਰਿਹਾ ਕਿਸੇ ਵੀ ਸਮਾਜ ਦੇ ਅੰਗ ਦੇ ਉੱਤੇ ਕੋਈ ਜ਼ੁਲਮ ਹੁੰਦਾ ਹੋਵੇ ਚਾਹੇ ਉਹ ਕੋਈ ਬ੍ਰਾਹਮਣ ਹੋਵੇ ਚਾਹੇ ਕੋਈ ਜੱਟ ਹੋਵੇ ਚਾਹੇ ਕੋਈ ਮੁਸਲਮਾਨ ਹੋਵੇ ਚਾਹੇ ਕਿਸੇ ਵੀ ਧਰਮ ਦਾ ਜਾਤੀ ਦਾ ਕੋਈ ਬੰਦਾ ਹੋਵੇ ਜਿਹਦੇ ਤੇ ਜ਼ੁਲਮ ਹੋਏਗਾ ਜਰਨੈਲ ਨੰਗਲ ਉਹਦੇ ਨਾਲ ਖੜਾ ਹੋਏਗਾ ਚਾਹੇ ਕੋਈ ਵੀ ਹੋਵੇ ਮਤਲਬ ਤੁਸੀਂ ਤਾਂ ਉਮਰ ਲੋਕਾਂ ਦੇ ਇਨਸਾਫ ਲਈ ਕੰਮ ਕਰੋਗੇ ਬਿਲਕੁਲ ਜੀ ਜੇ ਪਾਰਟੀਬਾਜ਼ੀ ਤੋਂ ਉੱਪਰ ਸਾਡੇ ਮੈਂ ਕਦੀ ਇਹ ਨਹੀਂ ਦੇਖਿਆ ਕਿ ਕਿਹੜੇ ਬੰਦੇ ਨੇ ਸਾਨੂੰ ਕਦੀ ਵੋਟ ਪਾਈ ਜਾਂ ਨਹੀਂ ਪਾਈ ਜਿਹੜਾ ਸਾਡੇ ਕੋਲ ਆਇਆ ਵੀ ਸਾਡੀ ਕੋਈ ਸੁਣਦਾ ਨਹੀਂ ਅਸੀਂ ਉਹਦੇ ਨਾਲ ਖੜੇ ਹੋਏ ਆ ਔਰ ਅੱਜ ਵੀ ਖੜੇ ਆ ਕੱਲ੍ਹ ਨੂੰ ਵੀ ਖੜੇ ਹੋਵਾਂਗੇ ਸਰ ਪਰ ਸੋਮ ਪ੍ਰਕਾਸ਼
ਪ੍ਰਕਾਸ਼ ਜੀ ਨੇ ਤੇ ਤੁਹਾਡੇ ਬਾਰੇ ਇੱਕ ਹੋਰ ਬਿਆਨ ਦਿੰਦਿਆਂ ਕਿਹਾ ਕਿ ਤੁਸੀਂ ਲੋਕਾਂ ਦੇ ਨਾਲ ਖੜੇ ਹੋ, ਪਰ ਉਹਨਾਂ ਦਾ ਕਹਿਣਾ ਹੈ ਕਿ ਤੁਸੀਂ ਲੋਕਾਂ ਨੂੰ ਸਿਰਫ ਇੱਕ ਵੋਟ ਬੈਂਕ ਮੰਨਦੇ ਹੋ, ਇਸ ਤੋਂ ਇਲਾਵਾ ਲੋਕਾਂ ਦਾ ਤੁਹਾਡੀ ਜ਼ਿੰਦਗੀ 'ਚ ਕੋਈ ਕੰਮ ਨਹੀਂ ਆ। ਉਹਦੇ ਤੇ ਕੀ ਕਹੋਗੇ? ਚਲੋ ਵੋਟਾਂ ਲੋਕਾਂ ਨੇ ਪਾਉਣੀਆਂ, ਇਹਨੂੰ ਵੋਟਾਂ ਦੀ ਲੋੜ ਨਹੀਂ ਹੈਗੀ। ਜੇ ਇਹਨੂੰ ਲੱਗਦਾ ਬਈ ਲੋਕਾਂ ਨੂੰ ਅਸੀਂ ਵੋਟਾਂ ਲਈ ਯੂਜ਼ ਕਰ ਰਹੇ ਤਾਂ ਇਹ ਕਰ ਲਵੇ, ਕਿਉਂਕਿ ਲੋਕ ਇਸ ਵੇਲੇ ਲੋਕ ਭੜਕ ਰਹੇ ਆ। ਲੋਕਾਂ ਨੂੰ ਪਤਾ ਸਾਡੇ ਤੇ ਜ਼ਬਰ ਜ਼ੁਲਮ ਹੋ ਰਿਹਾ, ਤੇ ਵੋਟਾਂ ਦੀ ਲੋੜ ਤਾਂ ਇਹਨੂੰ ਵੀ ਆ ਜਾਵੇ ਮੈਦਾਨ ਦੇ ਵਿੱਚ। ਮੈਂ ਉਦੋਂ ਵੀ ਕਿਹਾ ਬਈ ਤੂੰ ਸੰਵਿਧਾਨ ਦੇ ਨਾਲ ਆ ਜੀ ਕਿ ਪਾਰਟੀ ਦੇ ਨਾਲ ਆ। ਜੇ ਤਾਂ ਪਾਰਟੀ ਦੇ ਨਾਲ ਆ ਤਾਂ ਅੰਦਰ ਬੈਠਾ ਰਹਿ, ਜੇ ਤੂੰ ਸੰਵਿਧਾਨ ਦੇ ਨਾਲ ਆ ਤਾਂ ਆ ਜਾ ਸਮਾਜ ਦੇ ਨਾਲ ਖੜਾ ਹੋ। ਪਰ ਆਇਆ ਨਹੀਂ। ਇਹਦਾ ਮਤਲਬ ਇਹ ਆ ਵੀ ਉਹਨੂੰ ਪਾਰਟੀ ਪਿਆਰੀ ਆ, ਆਪਣੀ ਕੁਰਸੀ ਪਿਆਰੀ ਆ, ਸਮਾਜ ਦੇ ਹਿੱਤ ਪਿਆਰੇ ਨਹੀਂ ਹੈ। ਔਰ ਮੈਂ ਚੈਲੰਜ ਕਰਕੇ ਇਹ ਗੱਲ ਕਹਿੰਦਾ ਕਿ ਜੇ ਉਹਦੇ ਵਿੱਚ ਸੱਚਾਈ ਦੀ ਮਾੜੀ ਮੋਟੀ ਵੀ ਕਣ ਹੈਗਾ ਤਾਂ ਸਾਡੇ ਨਾਲ ਆ ਕੇ ਓਪਨਲੀ ਜਿੱਥੇ ਮਰਜੀ ਬੈਠ ਕੇ ਡਿਬੇਟ ਕਰੇ। ਜੇ ਅਸੀਂ ਉਹਦੇ ਸਵਾਲਾਂ ਦਾ ਜਵਾਬ ਨਾ ਦੇ ਸਕੇ ਤਾਂ ਉਹ ਜੋ ਕਹੇ ਅਸੀਂ ਕਰਨਾ, ਜੇ ਉਹ ਸਾਡੇ ਸਵਾਲਾਂ ਦਾ ਜਵਾਬ ਨਾ ਦੇ ਸਕਿਆ ਤਾਂ ਫਿਰ ਉਹ ਦੱਸ ਦੇਵੇ ਕੀ ਕਰਨਾ। ਜੀ ਹਾਂਜੀ ਸਰ, ਹੁਣ ਅਸੀਂ ਗੱਲ ਕਰਦੇ ਹਾਂ ਕਿ 2 ਅਪ੍ਰੈਲ ਯਾਨੀ ਕਿ ਕੱਲ ਨੂੰ ਪੰਜਾਬ ਨਹੀਂ ਬਲਕਿ ਪੂਰਾ ਭਾਰਤ ਬੰਦ ਹੈ, ਠੀਕ ਹੈ ਸਰ। ਕਈ ਲੀਡਰਾਂ ਦਾ ਕਹਿਣਾ ਹੈ ਕਿ ਇਹ ਭਾਰਤ ਬੰਦ ਨਹੀਂ ਹੋਣਾ ਚਾਹੀਦਾ ਸੀ। ਸਰ, ਇਹਦੇ ਬਾਰੇ ਤੁਹਾਡਾ ਕੀ ਕਹਿਣਾ ਕਿ ਇਹ ਬੰਦ ਐਲਾਨਿਆ ਜਾਣਾ ਚਾਹੀਦਾ ਸੀ ਜਾਂ ਨਹੀਂ? ਮੈਂ ਦੇਖੋ ਜੀ, ਲੀਡਰ ਤਾਂ ਨਹੀਂ ਕੋਈ ਕਹਿ ਰਿਹਾ ਵੀ ਭਾਰਤ ਬੰਦ ਨਹੀਂ ਹੋਣਾ ਚਾਹੀਦਾ, ਕੋਈ ਮੇਰੀ ਜਾਣਕਾਰੀ 'ਚ ਨਹੀਂ ਆਇਆ। ਸੋਸ਼ਲ ਮੀਡੀਆ ਤੇ ਜਾਂ ਹੋਰ ਮੀਡੀਆ ਦੇ ਉੱਤੇ ਆਪਾਂ ਸੁਣ ਰਹੇ ਹਾਂ, ਲੇਕਿਨ ਕੁਝ ਆਮ ਜਿਹੜੇ ਲੋਕ ਹੈਗੇ, ਕੁਝ NGOs ਹੈਗੀਆਂ ਜਿਹੜੇ ਇਹ ਗੱਲ ਕਹਿ ਰਹੇ ਆ ਵੀ ਅਸੀਂ ਜੀ ਨਹੀਂ ਭਾਰਤ ਬੰਦ ਦੇ ਸਮਰਥਨ 'ਚ ਵਿੱਚ। ਚਲੋ ਉਹ ਉਹਨਾਂ ਦੀ ਆਪਣੀ ਥਿੰਕਿੰਗ ਹੈ, ਆਪਣੀ ਸੋਚਣੀ ਹੈ, ਲੇਕਿਨ ਮੈਂ ਅੱਜ ਤੁਹਾਡੇ ਇਸ ਮੰਚ ਤੋਂ, ਤੁਹਾਡੇ ਇਸ ਮਾਧਿਅਮ ਤੋਂ ਮੈਂ ਉਹਨਾਂ ਸਾਰੇ ਭਰਾਵਾਂ ਨੂੰ, ਸਾਰੇ ਦੇਸ਼ ਵਾਸੀਆਂ ਨੂੰ ਇਸ ਗੱਲ ਦੀ ਅਪੀਲ ਕਰਦਾ ਕਿ ਸ਼ਡਿਊਲ ਕਾਸਟਾਂ ਦੇ ਉੱਤੇ ਜ਼ਬਰ ਜ਼ੁਲਮ ਦੀ ਕਹਾਣੀ ਬਹੁਤ ਲੰਬੀ ਹੈ। ਜ਼ਬਰ ਜ਼ੁਲਮ ਬਹੁਤ ਜ਼ਿਆਦਾ ਹੋ ਰਿਹਾ। ਸਾਡੇ ਕੋਲ ਇਦਾਂ ਦੀਆਂ ਉਦਾਹਰਨਾਂ ਹੈਗੀਆਂ। ਮੈਂ ਉਦੋਂ ਵੀ ਉਦਾਹਰਨ ਦਿੱਤੀ ਸੀ, ਮੈਂ ਅੱਜ ਵੀ ਦੱਸਦਾ ਕਿ ਬਾਬੂ ਜਗਜੀਵਨ ਰਾਮ ਇੱਕ ਸ਼ਡਿਊਲ ਕਾਸਟ ਲੀਡਰ ਸੀ ਬਿਹਾਰ ਤੋਂ, ਔਰ ਦੇਸ਼ ਦਾ ਬਹੁਤ ਵੱਡੇ ਅਹੁਦੇ ਦਾ ਲੀਡਰ ਸੀ। ਉਹਨੂੰ ਬਨਾਰਸ ਦੇ ਮੰਦਿਰ ਦੇ ਵਿੱਚ ਪ੍ਰਵੇਸ਼ ਨਹੀਂ ਕਰਨ ਦਿੱਤਾ ਗਿਆ, ਇਸ ਕਰਕੇ ਕਿਉਂਕਿ ਉਹ ਇੱਕ ਸ਼ਡਿਊਲ ਕਾਸਟ ਸੀ। ਜਿਹੜਾ ਬਿਹਾਰ ਦਾ ਮੁੱਖ ਮੰਤਰੀ ਸੀ ਜੀਤਨ ਰਾਮ ਮਾਂਝੀ, ਉਹ ਸ਼ਡਿਊਲ ਕਾਸਟ ਸੀ। ਇਹ ਥੋੜਾ ਚਿਰ ਪਹਿਲਾਂ ਦੀ ਘਟਨਾ ਆ 4 ਸਾਲ ਪਹਿਲਾਂ ਦੀ। ਉਹ ਇੱਕ ਮੰਦਿਰ ਦੇ ਵਿੱਚ ਗਿਆ, ਉਹ ਜਦੋਂ ਬਾਹਰ ਨਿਕਲਿਆ ਮੰਦਿਰ ਨੂੰ ਪੰਚਗਵਨ ਦੇ ਨਾਲ ਧੋਤਾ। ਇਸ ਕਰਕੇ ਧੋਤਾ ਵੀ ਕਹਿੰਦੇ ਸ਼ਡਿਊਲ ਕਾਸਟ ਮੰਦਿਰ ਦੇ ਵਿੱਚ ਆਇਆ ਸੀ ਤੇ ਮੰਦਿਰ ਪਿੱਟ ਹੋ ਗਿਆ। ਉੱਤਰ ਪ੍ਰਦੇਸ਼ ਦਾ ਮੁੱਖ ਮੰਤਰੀ ਭਾਰਤੀ ਜਨਤਾ ਪਾਰਟੀ ਦਾ ਹੀ ਆ। ਜਿੱਦਣ ਉਹਨੇ ਮੁੱਖ ਮੰਤਰੀ ਦੀ ਚੇਅਰ ਤੇ ਬੈਠਣਾ ਸੀ, ਉਹ ਪਹਿਲਾਂ ਆਪਣੇ ਦਫ਼ਤਰ ਨੂੰ ਪੰਚਗਵਨ ਦੇ ਨਾਲ ਧੋਇਆ। ਕਹਿੰਦਾ ਇੱਥੇ ਪਹਿਲਾਂ ਦਲਿਤ ਮੁੱਖ ਮੰਤਰੀ ਬੈਠਾ, ਇਹਨੂੰ ਪਹਿਲਾਂ ਸੁੱਚਾ ਕਰ ਲਵਾਂ ਮੈਂ। ਤਾਂ ਇਹ ਜਿਹੜੀ ਮਾਨਸਿਕਤਾ ਆ, ਇਹ ਮਾਨਸਿਕਤਾ ਹਜੇ ਬਦਲ ਨਹੀਂ ਰਹੀ। ਦੇਸ਼ ਦਾ ਪ੍ਰਧਾਨ ਮੰਤਰੀ ਜਿਹੜਾ ਆ, ਉਹ ਦੇਸ਼ ਨੂੰ ਚਲਾਉਣ ਵਾਸਤੇ ਕਹਿੰਦਾ ਡਿਜੀਟਲ ਇੰਡੀਆ ਬਣਾਉਣਾ। ਉਹ ਕਹਿੰਦਾ ਕੈਸ਼ਲੈਸ ਇੰਡੀਆ ਚਾਹੀਦਾ। ਨੋਟਬੰਦੀ ਤੋਂ ਬਾਅਦ ਆਪਾਂ ਦੇਖਿਆ ਜਾ ਕੇ ਪੇਟੀਐਮ ਕਹਿੰਦਾ ਕਾਰਡ ਲੈ ਲਓ। ਕੈਸ਼ਲੈਸ ਇੰਡੀਆ ਦੀ ਗੱਲ ਕੀਤੀ ਜਾ ਰਹੀ ਹੈ, ਕਾਸਟਲੈਸ ਇੰਡੀਆ ਦੀ ਗੱਲ ਨਹੀਂ ਕੀਤੀ ਜਾ ਰਹੀ। ਜੇ ਦੇਸ਼ ਦਾ ਪ੍ਰਧਾਨ ਮੰਤਰੀ ਕਾਸਟਲੈਸ ਕਹੇ ਵੀ ਕਾਸਟਲੈਸ ਇੰਡੀਆ ਚਾਹੀਦਾ ਤਾਂ ਦੇਸ਼ ਦਾ ਭਾਈਚਾਰਾ ਕਾਇਮ ਹੋ ਸਕਦਾ। ਉਹਦੀ ਕੋਈ ਗੱਲ ਨਹੀਂ ਕਰ ਰਿਹਾ। ਇਹ ਕਹਿੰਦੇ ਆ ਵੀ ਰਿਜ਼ਰਵੇਸ਼ਨ ਨੂੰ ਖਤਮ ਕਰ ਦਿਓ, ਲੇਕਿਨ ਜਾਤੀ ਨੂੰ ਖਤਮ ਕਰਨ ਦੀ ਕੋਈ ਗੱਲ ਨਹੀਂ ਕਰ ਰਿਹਾ। ਇਹ ਕਹਿੰਦੇ ਸਵੱਛ ਭਾਰਤ ਚਾਹੀਦਾ। ਸਵੱਛ ਭਾਰਤ ਕਿਤੇ ਜਿਹੜਾ ਗਲੀਆਂ ਦੇ ਵਿੱਚ ਕੂੜਾ ਪਿਆ ਉਹਨੂੰ ਝਾੜੂ ਮਾਰਨਾ ਸਵੱਛ ਭਾਰਤ ਹੋ ਜਾਊਗਾ? ਜਿੰਨਾ ਚਿਰ ਤੁਹਾਡੇ ਦਿਲ ਦੇ ਵਿੱਚ ਗੰਦਗੀ ਨਹੀਂ ਸਾਫ਼ ਹੁੰਦੀ, ਜਿੰਨਾ ਚਿਰ ਜਿਹੜਾ ਤੁਹਾਡੇ ਦਿਮਾਗ ਦੇ ਵਿੱਚ ਕੂੜਾ ਉਹ ਨਹੀਂ ਸਾਫ਼ ਹੁੰਦਾ, ਉਹਨਾਂ ਚਿਰ ਸਵੱਛ ਭਾਰਤ ਕਿੱਦਾਂ ਹੋ ਜਾਊਗਾ? ਸਵੱਛ ਭਾਰਤ ਤਾਂ ਤਦੇ ਹੋਊਗਾ ਜੇ ਤੁਸੀਂ ਆਪਣਾ ਦਿਲ ਦਿਮਾਗ ਵੀ ਸਾਫ਼ ਕਰੋਗੇ। ਦਿਲ ਦਿਮਾਗ ਨੂੰ ਸਾਫ਼ ਨਹੀਂ ਕਰ ਰਹੇ, ਬਾਹਰ ਦੇ ਕੂੜੇ ਦੀ ਗੱਲ ਕਰ ਰਹੇ ਹੋ। ਤਾਂ ਇਸ ਕਰਕੇ ਇਹ ਜਿਹੜੀਆਂ ਗੱਲਾਂ ਇਹ ਲੋਕਾਂ ਨੂੰ ਲੁਭਾਉਣ ਵਾਲੀਆਂ ਇਹ ਕਰ ਰਹੇ, ਲੋਕਾਂ ਨੂੰ ਗੁੰਮਰਾਹ ਕਰਨ ਵਾਲੀਆਂ ਇਹ ਕਰ ਰਹੇ ਆ। ਅਸੀਂ 100 ਉਦਾਹਰਨਾਂ ਦੇ ਦੇਵਾਂਗੇ, 1000 ਉਦਾਹਰਨਾਂ ਦੇ ਦੇਵਾਂਗੇ, ਇਹ ਸਾਨੂੰ ਇੱਕ ਵੀ ਉਦਾਹਰਨ ਦੇਣ ਵੀ ਕਦੀ ਕਿਸੇ ਦਲਿਤ ਨੇ ਵੀ ਕਿਸੇ ਤੇ ਜ਼ੁਲਮ ਕੀਤਾ, ਕਦੀ ਕਿਸੇ ਦਲਿਤ ਨੇ ਵੀ ਕਿਸੇ ਤੇ ਜ਼ੁਲਮ ਕੀਤਾ ਹੋਵੇ, ਸਾਨੂੰ ਦੱਸਣ। ਅਸੀਂ ਕਹਿ ਰਹੇ ਹਾਂ ਵੀ ਸਾਡੇ ਤੇ ਜ਼ਬਰ ਜ਼ੁਲਮ ਹੋ ਰਿਹਾ, ਸਾਡੇ ਕੋਲ ਰਿਕਾਰਡ ਪਿਆ, ਸਰਕਾਰ ਦਾ ਅੰਕੜਾ ਆ, ਸਰਕਾਰ ਦਾ ਅੰਕੜਾ ਆ। ਤਾਂ ਸਰਕਾਰ ਦੇ ਅੰਕੜਿਆਂ ਨੂੰ ਵੀ ਇਹ ਝੁਠਲਾਈ ਜਾ ਰਿਹਾ। ਇਸ ਕਰਕੇ ਮੈਂ ਇਹ ਬੇਨਤੀ ਕਰੂੰਗਾ ਸਾਰੇ ਸਮਾਜ ਨੂੰ, ਜਿੰਨੇ ਵੀ ਸਾਡੇ ਜਨਰਲ ਸਮਾਜ ਦੇ ਆ, OBC ਸਮਾਜ ਦੇ ਆ, ਮੈਂ ਸਾਰੇ ਭਰਾਵਾਂ ਨੂੰ, ਸਾਰੀਆਂ ਭੈਣਾਂ ਨੂੰ, ਸਾਰਿਆਂ ਨੂੰ ਇਸ ਗੱਲ ਦੀ ਬੇਨਤੀ ਕਰਦਾ ਵੀ ਦੁੱਖ ਦੀ ਘੜੀ ਆ ਸਾਡੇ ਲਈ। ਤੁਸੀਂ ਸਾਡਾ ਇਸ ਦੁੱਖ ਦੀ ਘੜੀ ਦੇ ਵਿੱਚ ਸਾਥ ਦਿਓ। ਸਾਡਾ ਜਿਹੜਾ ਇਹ ਭਾਰਤ ਬੰਦ ਦੀ ਕਾਲ ਹੈ ਸਮਾਜ ਵੱਲੋਂ, ਇਹ ਬਿਲਕੁਲ ਸ਼ਾਂਤੀਪੂਰਵਕ ਹੈ। ਅਸੀਂ ਕਿਸੇ ਦਾ ਕੋਈ ਨੁਕਸਾਨ ਨਹੀਂ ਕਰਨਾ। ਅਸੀਂ ਸਿਰਫ ਇਹ ਆਪਣਾ ਵਿਰੋਧ ਦਰਜ ਕਰਾਉਣਾ ਤਾਂ ਕਿ ਜਿਹੜੇ ਲੋਕ ਗਰਾਊਂਡ ਰਿਐਲਿਟੀ ਤੋਂ ਪਰੇ ਹੋ ਕੇ ਫੈਸਲੇ ਦੇਈ ਜਾ ਰਹੇ, ਉਹਨਾਂ ਦੀਆਂ ਘੱਟੋ ਘੱਟ ਅੱਖਾਂ ਤਾਂ ਖੁੱਲਣ, ਉਹਨਾਂ ਤੱਕ ਆਵਾਜ਼ ਤਾਂ ਪਹੁੰਚੇ ਵੀ ਲੋਕਾਂ ਦੇ ਵਿੱਚ ਸੱਚਾਈ ਕੀ ਹੈ। ਸਾਡੀ ਸਿਰਫ ਇਹੀ ਬੇਨਤੀ ਹੈ, ਔਰ ਮੈਂ ਸਾਰੇ ਸਮਾਜ ਨੂੰ ਬੇਨਤੀ ਕਰਦਾ ਕਿ ਜਿਹੜਾ 2 ਤਰੀਕ ਦੀ ਭਾਰਤ ਬੰਦ ਦੀ ਕਾਲ ਹੈ ਉਹਦੇ ਵਿੱਚ ਸਾਡਾ ਸਹਿਯੋਗ ਕਰਨਾ। ਸਰ, ਤੁਹਾਡਾ ਸਾਡੇ ਸਟੂਡੀਓ 'ਚ ਆਉਣ ਤੇ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ ਤੁਹਾਡਾ।